हेलो स्टूडेंट्स। इस वीडियो ਲੈਕਚਰ ਵਿੱਚ ਆਪਾਂ ਸ਼ੁੱਡ ਵਿਜ਼ਰਡ ਹਿੱਟ ਮੌਮੀ ਚੈਪਟਰ ਦਾ ਪਾਰਟ ਸੈਕੰਡ ਕਰਾਂਗੇ। ਬੇਟਾ ਜਿਨ੍ਹਾਂ ਨੇ ਪਾਰਟ 1 ਨਹੀਂ ਕੀਤਾ ਪਹਿਲਾਂ ਉਹ ਵੀਡੀਓ ਸੁਣ ਲਓ, ਫਿਰ ਪਾਰਟ ਸੈਕੰਡ ਤੁਹਾਨੂੰ ਈਜ਼ੀਲੀ ਸਮਝ ਆ ਜਾਵੇਗਾ। ਚਲੋ ਅੱਗੇ ਚੈਪਟਰ ਨੂੰ ਕੰਟੀਨਿਊ ਕਰਦੇ ਹੋਏ ਜਾਣਦੇ ਹਾਂ ਕਿ ਉਸ ਵਿਜ਼ਰਡ ਨੇ ਉਸ ਸਕੰਕ ਦੀ ਹੈਲਪ ਕਿਵੇਂ ਕੀਤੀ, ਉਸ ਦੀ ਪ੍ਰੋਬਲਮ ਸੋਲਵ ਕਿਵੇਂ ਕੀਤੀ। ਲੈਟਸ ਸਟਾਰਟ। ਹੁਣ ਸਕੰਕ ਆਪਣੀ ਪੂਰੀ ਪ੍ਰੋਬਲਮ ਉਸ ਨੂੰ ਦੱਸ ਚੁੱਕਿਆ ਹੈ, ਇਹ ਆਪਾਂ ਜਾਣਦੇ ਹਾਂ, ਤੇ ਨਾਲ ਹੀ ਇਹ ਵੀ ਦੱਸ ਦਿੱਤਾ ਹੈ ਕਿ ਆਉਲ ਨੇ ਉਸ ਨੂੰ ਉੱਥੇ ਭੇਜਿਆ ਹੈ ਤੇ ਕਿਹਾ ਹੈ ਕਿ ਵਿਜ਼ਰਡ ਉਸ ਦੀ ਸਹਾਇਤਾ ਕਰੇਗਾ। ਤੇ ਵਿਜ਼ਰਡ ਜਵਾਬ ਵਿੱਚ ਕੀ ਕਹਿ ਰਿਹਾ ਹੈ ਇਹ ਆਪਾਂ ਦੇਖਦੇ ਹਾਂ। ਵੈਲ ਮੇ ਬੀ, ਚਲੋ ਠੀਕ ਹੈ, ਕਮ ਔਨ ਇਨ, ਅੰਦਰ ਆ ਜਾਓ, ਡੋਂਟ ਗੈਟ ਟੂ ਕਲੋਜ਼, ਪਰ ਜ਼ਿਆਦਾ ਨੇੜੇ ਨਾ ਆਓ। ਨਾਓ ਇਨਸਾਈਡ, ਅੰਦਰ ਹੁਣ ਕੀ ਹੁੰਦਾ ਹੈ, ਜੋ ਜੈਕ ਦੱਸ ਰਿਹਾ ਜੋ ਨੂੰ, ਜੋ ਦੇਰ ਵਰ ਆਲ ਥੀਸ ਮੈਜਿਕ ਥਿੰਗਸ, ਉੱਥੇ ਸਾਰੀਆਂ ਮੈਜਿਕ ਚੀਜ਼ਾਂ ਸਨ, ਜਾਦੂ ਵਾਲੀਆਂ ਚੀਜ਼ਾਂ ਸਨ। ਆਲ ਜੰਬਲ ਟੂਗੈਦਰ ਇਨ ਅ ਬਿਗ ਡਸਟੀ ਹੀਪ, ਅਤੇ ਸਾਰੀਆਂ ਇੱਕ ਵੱਡੇ ਡਸਟੀ ਹੀਪ ਦੇ ਵਾਂਗ ਇੱਕ ਮਿਕਸ ਅਪ ਹੋਈਆਂ ਸਨ ਇੱਕ ਦੂਸਰੇ ਵਿੱਚ। ਬਿਕੋਜ਼ ਦ ਵਿਜ਼ਰਡ ਡਿਡ ਨਾਟ ਹੈਵ ਐਨੀ ਕਲੀਨਿੰਗ ਲੇਡੀ, ਕਿਉਂਕਿ ਉਸ ਵਿਜ਼ਰਡ ਦੇ ਕੋਲ ਕੋਈ ਕਲੀਨਿੰਗ ਲੇਡੀ ਨਹੀਂ ਸੀ। ਵਾਈ, ਪੁੱਛ ਲੈਂਦੀ ਹੈ ਜੋ ਹੈ, ਕੁਐਸਚਨ ਪੁੱਛ ਲੈਂਦੀ ਹੈ ਕਿਉਂ ਇੱਕ ਕਲੀਨਿੰਗ ਲੇਡੀ ਕਿਉਂ ਨਹੀਂ ਸੀ। ਵਾਈ, ਬਿਕੋਜ਼ ਹੀ ਵਾਜ਼ ਅ ਵਿਜ਼ਰਡ, ਕਿਉਂਕਿ ਉਹ ਇੱਕ ਵਿਜ਼ਰਡ ਸੀ। ਐਂਡ ਅ ਵੈਰੀ ਓਲਡ ਮੈਨ, ਅਤੇ ਇੱਕ ਬਹੁਤ ਹੀ ਓਲਡ ਮੈਨ ਸੀ ਉਹ, ਇਸ ਲਈ ਇੱਕ ਔਰਤ ਉਸਦੇ ਕੋਲ ਕੋਈ ਨਹੀਂ ਸੀ। ਤੇ ਜੋ ਇੱਕ ਹੋਰ ਕੁਐਸਚਨ ਕਰ ਦਿੰਦੀ ਹੈ, ਵਿਲ ਹੀ ਡਾਈ, ਕੀ ਉਹ ਮਰੇਗਾ। ਨੋ, ਵਿਜ਼ਰਡ ਡੋਂਟ ਡਾਈ, ਜੈਕ ਆਂਸਰ ਦਿੰਦਾ ਨਹੀਂ, ਵਿਜ਼ਰਡ ਨਹੀਂ ਮਰਦੇ। ਵੈਲ ਹੀ ਰਮੇਜਡ ਰਾਉਂਡ ਐਂਡ ਫਾਊਂਡ ਐਨ ਓਲਡ ਸਟਿਕ ਕਾਲਡ ਅ ਮੈਜਿਕ ਵੈਨ, ਪਰ ਉਹ ਕੀ ਹੈ, ਜੋ ਵਿਜ਼ਰਡ ਸੀ ਕਮਰੇ ਦੇ ਵਿੱਚ ਇੱਧਰ ਉੱਧਰ ਘੁੰਮਿਆ ਅਤੇ ਉਸਨੇ ਇੱਕ ਓਲਡ ਸਟਿਕ ਲੱਭ ਲਈ ਜਿਸ ਨੂੰ ਉਹ ਮੈਜਿਕ ਵੈਨ ਕਹਿੰਦਾ ਸੀ, ਜਿਸ ਨੂੰ ਆਪਾਂ ਜਾਦੂ ਦੀ ਛੜੀ ਵੀ ਕਹਿ ਦਿੰਦੇ ਹਾਂ। ਐਂਡ ਆਸਕਡ ਰੋਜਰ ਸਕੰਕ ਵਟ ਹੀ ਵਾਂਟਡ ਟੂ ਸਮੈਲ ਲਾਈਕ, ਅਤੇ ਉਸਨੇ ਰੋਜਰ ਸਕੰਕ ਨੂੰ ਪੁੱਛਿਆ ਕਿ ਉਹ ਕਿਸ ਤਰ੍ਹਾਂ ਦੀ ਸਮੈਲ ਚਾਹੁੰਦਾ ਸੀ। ਰੋਜਰ ਥੌਟ ਐਂਡ ਥੌਟ, ਰੋਜਰ ਨੇ ਕੀ ਹੈ, ਵਾਰੀ-ਵਾਰੀ ਸੋਚਿਆ, ਕਾਫੀ ਸੋਚਿਆ, ਐਂਡ ਸੈਡ, ਅਤੇ ਕੀ ਕਿਹਾ, ਰੋਜ਼ਸ, ਮੈਨੂੰ ਕੀ ਹੈ, ਰੋਜ਼ਸ ਦੀ ਸਮੈਲ ਚਾਹੀਦੀ ਹੈ, ਗੁਲਾਬ ਵਾਂਗ ਸਮੈਲ ਚਾਹੀਦੀ ਹੈ। ਯੈਸ, ਗੁੱਡ, ਹੁਣ ਜੋ ਹੈ ਜੋ ਬੜੀ ਹੀ ਖੁਸ਼ ਹੋ ਜਾਂਦੀ ਹੈ ਤੇ ਕੀ ਕਹਿੰਦੀ ਹੈ, ਹਾਂ ਬਹੁਤ ਵਧੀਆ। ਜੋ ਸੈਡ ਸਮਗਲੀ, ਸਮਗਲੀ ਕੀ ਹੁੰਦਾ, ਬੜੀ ਖੁਸ਼ੀ ਨਾਲ ਜੋ ਨੇ ਬੋਲਿਆ। ਜੈਕ ਫਿਕਸਡ ਹਰ ਵਿਦ ਅ ਟਰਾਂਸ ਲਾਈਕ ਗੇਜ਼ ਐਂਡ ਚੈਂਟਡ ਇਨ ਦ ਵਿਜ਼ਰਡਸ ਐਲਡਰਲੀ ਇਰੀਟੇਬਲ ਵੌਇਸ, ਜੈਕ ਨੇ ਉਸਨੂੰ ਕੀ ਹੈ, ਬਿਲਕੁਲ ਟਰਾਂਸ ਲਾਈਕ ਗੇਜ਼ ਕੀ ਹੁੰਦਾ ਹੈ, ਇੱਕ ਜਿਵੇਂ ਸਮੋਹਿਤ ਹੀ ਕਰ ਲੈਂਦੇ ਆਪਾਂ ਕਿਸੇ ਨੂੰ ਆਪਣੀਆਂ ਗੱਲਾਂ ਦੇ ਵਿੱਚ, ਇਸ ਤਰ੍ਹਾਂ ਕੀਤਾ ਹੋਇਆ ਸੀ। ਅਤੇ ਉਹ ਟਿਕਟਕੀ ਲਗਾ ਕੇ ਜੈਕ ਦੇ ਵੱਲ ਵੇਖ ਰਹੀ ਸੀ। ਅਤੇ ਜੈਕ ਵਿਜ਼ਰਡ ਦੀ ਐਲਡਰਲੀ ਇਰੀਟੇਬਲ ਵੌਇਸ ਦੇ ਵਿੱਚ ਕੀ ਬੋਲਦਾ ਹੈ, ਆਬਰਾਕਾਡਾਬਰਾ ਹੋਕਸ ਪੋ, ਰੋਜਰ ਸਕੰਕ ਹਾਊ ਡੂ ਯੂ ਡੂ, Roses, bosses, pull and ear. Roses, skunk, you never fear. Bingo. He paused as a rapt expression. ਉਹ ਕੀ ਹੈ, ਰੁਕ ਜਾਂਦਾ ਹੈ, as a rapt expression, ਇੱਕ ਜਿਵੇਂ ਮਗਨ ਹੋ ਜਾਂਦੇ ਆ ਨਾ ਆਪਾਂ ਕਿਸੇ ਗੱਲ ਦੇ ਵਿੱਚ, ਉਹ ਜਦ ਇਸ ਤਰ੍ਹਾਂ ਹੋ ਜਾਂਦਾ ਹੈ, wind widened out from his daughter's nostril, forcing her eyebrow up and her lower lip down in a wide noiseless grin. ਹੁਣ ਕੀ ਹੈ, ਉਹ ਪੂਰੀ ਤਰ੍ਹਾਂ ਜਦ ਆਪਣੇ ਪਾਪਾ ਦੇ ਮੂੰਹ ਵਿੱਚੋਂ ਇਸ ਤਰ੍ਹਾਂ ਦੇ ਸ਼ਬਦ ਸੁਣਦੀ ਹੈ, ਉਹ ਪੂਰੀ ਤਰ੍ਹਾਂ ਕੀ ਹੈ, ਰੁਕ ਜਾਂਦੀ ਹੈ, ਇੱਕ ਮਗਨ ਹੋ ਜਾਂਦੀ ਹੈ, ਜਿਸ ਤਰ੍ਹਾਂ ਆਪਾਂ ਕੈਪਟਿਵ ਹੋ ਜਾਂਦੇ ਹਾਂ ਨਾ, ਕਿਸੇ ਗੱਲ ਵਿੱਚ ਲੀਨ ਹੋ ਜਾਂਦੇ ਹਾਂ, ਇਸ ਤਰ੍ਹਾਂ ਹੋ ਜਾਂਦੀ ਹੈ। ਇੱਕ ਰੈਪਟ ਐਕਸਪ੍ਰੈਸ਼ਨ ਉਸਦੇ ਚਿਹਰੇ ਉੱਤੇ ਹੁੰਦੇ ਹਨ। ਵਾਈਡਨਡ ਆਊਟ ਫਰੋਮ ਹਿਜ਼ ਡਾਟਰਸ ਨੋਸਟਰਲ, ਅਤੇ ਆਪਣੀ ਡਾਟਰ ਦੇ ਉਹ ਕੀ ਹੈ, ਇਸ ਤਰ੍ਹਾਂ ਦੇ ਭਾਵ ਦੇਖਦਾ ਹੈ। ਫੋਰਸਿੰਗ ਹਰ ਆਈਬਰੋ ਅਪ ਐਂਡ ਹਰ ਲੋਅਰ ਲਿਪ ਡਾਊਨ, ਉਸਦੀਆਂ ਆਈਬਰੋ ਕੀ ਹੈ, ਇੱਕਦਮ ਖੁੱਲੀਆਂ ਹੁੰਦੀਆਂ ਹਨ, ਅਤੇ ਜੋ ਉਸਦਾ ਇੱਕ ਲਿਪ ਹੈ ਉਹ ਕੀ ਹੈ, ਬੁੱਲ ਹੈ ਉਸਦਾ, ਡਾਊਨ ਇਨ ਵਾਈਡ ਨੋਇਜ਼ਲੈਸ ਗ੍ਰਿਨ, ਅਤੇ ਬੜੀ ਹੀ ਉਸਦੇ ਚਿਹਰੇ ਦੇ ਉੱਤੇ ਇੱਕ ਨੋਇਸਲੈਸ ਇੱਕ ਸਮਾਈਲ ਜਿਹੀ ਆ ਜਾਂਦੀ ਹੈ। ਉਸਦਾ ਬੁੱਲ ਕੀ ਹੈ, ਹੇਠਾਂ ਵੱਲ ਨੂੰ ਹੋ ਜਾਂਦਾ ਹੈ, ਅਤੇ ਚਿਹਰੇ ਦੇ ਉੱਤੇ ਇੱਕ ਸਮਾਈਲ ਜਿਹੀ ਆਉਂਦੀ ਹੈ ਜੋ ਦੇ। ਐਨ ਐਕਸਪ੍ਰੈਸ਼ਨ ਇਨ ਵਿੱਚ ਜੈਕ ਵਾਸ ਸਟਾਰਡ, ਇੱਕ ਇਹੋ ਜਿਹਾ ਭਾਵ ਹੁੰਦਾ ਹੈ ਜੋ ਦੇ ਚਿਹਰੇ ਉੱਤੇ ਕਿ ਜੈਕ ਹੈਰਾਨ ਜਿਹਾ ਹੋ ਜਾਂਦਾ ਹੈ। ਟੂ ਰਿਕੋਗਨਾਈਜ਼ ਹਿਜ਼ ਵਾਈਫ, ਫੀਨਿੰਗ
pleasure at cocktail parties। ਉਸਨੂੰ ਬਿਲਕੁਲ ਆਪਣੀ ਵਾਈਫ ਦੀ ਯਾਦ ਆਉਂਦੀ ਹੈ, ਜਿਸ ਤਰ੍ਹਾਂ ਉਹ ਕੀ ਹੈ ਫੀਲਿੰਗ ਕਰ ਰਹੀ ਹੁੰਦੀ ਹੈ ਕਿਸੇ ਕਾਕਟੇਲ ਪਾਰਟੀਜ਼ ਦੇ ਉੱਤੇ। ਫੀਲਿੰਗ ਕੀ ਹੁੰਦਾ ਹੈ, ਜਦ ਅਸੀਂ ਕਿਸੇ ਨੂੰ ਕੋਈ ਚੀਜ਼ ਦਿਖਾ ਰਹੇ ਹੁੰਦੇ ਆ ਪਰ ਅਸਲ ਵਿੱਚ ਉਸ ਤਰ੍ਹਾਂ ਹੁੰਦਾ ਨਹੀਂ ਹੈ, ਇੱਕ ਦਿਖਾਵਾ ਜਿਹਾ ਕਰਦੀ ਹੈ ਨਾ, ਜਿਸ ਤਰ੍ਹਾਂ ਉਸਦੀ ਵਾਈਫ ਕਿਸੇ ਕਾਕਟੇਲ ਪਾਰਟੀ ਉੱਤੇ ਇੱਕ ਦਿਖਾਵਾ ਜਿਹਾ ਕਰ ਰਹੀ ਹੁੰਦੀ ਹੈ, ਬਿਲਕੁਲ ਇਸ ਤਰ੍ਹਾਂ ਹੀ ਜੌ ਦੇ ਐਕਸਪ੍ਰੈਸ਼ਨ ਹਨ। And all of a sudden he whispered, ਜੈਕ ਥੋੜਾ ਜਿਹਾ ਵਿਸਪਰ ਕਰਕੇ ਦੱਸਦਾ ਹੈ, ਮੈਂ ਉਸੇ ਤਰ੍ਹਾਂ ਹੀ ਤੁਹਾਨੂੰ ਦੱਸ ਰਿਹਾ ਕਿ ਉਹ ਕਿਸ ਤਰ੍ਹਾਂ ਬੋਲਦਾ ਹੈ। And all of a sudden the whole inside of the wizard's house was full of the smell of roses। ਕਿਸ ਤਰ੍ਹਾਂ ਬੋਲਦਾ ਉਹ, ਇਸ ਤਰ੍ਹਾਂ ਹੀ ਥੋੜਾ ਜਿਹਾ ਮੈਂ ਉਸ ਤਰ੍ਹਾਂ ਕਰ ਤਾਂ ਨਹੀਂ ਸਕਿਆ, ਜਿਵੇਂ ਇੱਕ ਵੌਇਸ ਹੁੰਦੀ ਹੈ ਵਿਸਪਰਿੰਗ ਦੀ ਵੌਇਸ, ਇੱਕ ਬੜਾ ਹੀ ਮਾਹੌਲ ਜਿਹਾ ਉਸ ਤਰ੍ਹਾਂ ਦਾ ਬਣਾ ਦਿੰਦਾ ਉਹ ਕਿ ਕੀ ਕਹਿੰਦਾ ਹੈ ਕਿ ਅਚਾਨਕ ਉੱਥੇ ਕੀ ਹੁੰਦਾ ਹੈ, ਸਾਰੇ ਹੀ ਘਰ ਦੇ ਵਿੱਚ ਗੁਲਾਬ ਦੀ ਇੱਕ ਖੁਸ਼ਬੂ ਆ ਜਾਂਦੀ ਹੈ। roses fish cried, Roger fish cried and the wizard said very cranky। ਜੋ ਰੋਜ਼ਰ ਫਿਸ਼ ਹੈ ਉਹ ਕੀ ਹੈ ਕ੍ਰਾਈਡ ਚਿल्लाया ਐਂਡ ਦਾ ਵਿਜ਼ਰਡ ਸੈਡ ਵੈਰੀ ਕ੍ਰੈਂਕੀ, ਅਤੇ ਵਿਜ਼ਰਡ ਹੈ ਜੋ ਬਹੁਤ ਰੁੱਖੇ ਤਰੀਕੇ ਨਾਲ ਬੋਲਿਆ, that will be 7 pennies, 7 pennies ਹੋ ਗਈਆਂ, ਮੈਨੂੰ 7 pennies ਦੇ ਦਿਓ। ਡੈਡੀ what, ਜੋ ਫੇਰ ਵਿੱਚੋਂ ਡੋਕ ਦਿੰਦੀ ਹੈ, ਡੈਡੀ what ਕੀ, ਰੋਜਰ ਸਕੰਕ, you said roger fish, yes skunk। ਦੇਖੋ ਹੁਣ ਜੋ ਹੈ ਬੜੇ ਹੀ ਧਿਆਨ ਨਾਲ ਸੁਣ ਰਹੀ ਸੀ ਅਤੇ ਉਸਨੂੰ ਬਿਲਕੁਲ ਪਤਾ ਲੱਗ ਜਾਂਦਾ ਹੈ ਕਿ ਡੈਡੀ ਨੇ ਕੀ ਕਹਿ ਦਿੱਤਾ, ਰੋਜਰ ਫਿਸ਼ ਕਹਿ ਦਿੱਤਾ ਰੋਜਰ ਸਕੰਕ ਦੀ ਜਗ੍ਹਾ। ਯਸ ਸਕੰਕ, ਡੈਡੀ ਕੀ ਬੋਲ ਦਿੰਦੇ ਨੇ, ਹਾਂ ਹਾਂ ਸਕੰਕ। ਯੂ ਸੈਡ ਰੋਜਰ ਫਿਸ਼, ਵਾਸ ਨਾਟ ਦੈਟ ਸਿਲੀ, ਤੁਸੀਂ ਰੋਜਰ ਫਿਸ਼ ਕਿਹਾ, ਕੀ ਇਹ ਸਿਲੀ ਨਹੀਂ ਸੀ? ਵੈਰੀ ਸਿਲੀ ਆਫ ਯੂਅਰ ਸਟੂਪਿਡ ਓਲਡ ਡੈਡ, ਹਾਂ ਹਾਂ ਬਹੁਤ ਸਿਲੀ ਮੈਂ ਕਿਹਾ, ਬਹੁਤ ਮੂਰਖਤਾ ਵਾਲੀ ਗੱਲ ਹੈ ਮੇਰੀ। ਵੇਅਰ ਵਾਸ ਆਈ, ਮੈਂ ਕਿੱਥੇ ਸੀ, ਮੈਂ ਕਿੱਥੋਂ ਸੁਣਾ ਰਿਹਾ ਸੀ ਤੁਹਾਨੂੰ, ਜੈਕ ਪੁੱਛਦਾ ਹੈ। ਵੈਲ ਯੂ ਨੋ ਅਬਾਊਟ ਦਾ ਪੈਨੀਜ਼, ਤੈਨੂੰ ਪੈਨੀਜ਼ ਬਾਰੇ ਤਾਂ ਪਤਾ ਹੀ ਹੈ ਨਾ, ਜਿਸ ਤਰ੍ਹਾਂ ਜੈਕ ਨੇ ਪਹਿਲਾਂ ਦੱਸਿਆ ਸੀ ਵੀ ਪੈਨੀਜ਼ ਕੀ ਹੁੰਦੀਆਂ ਹਨ, ਅਤੇ ਦੁਬਾਰਾ ਉਸਨੂੰ ਪੁੱਛ ਰਿਹਾ ਪੈਨੀਜ਼ ਬਾਰੇ ਤਾਂ ਤੈਨੂੰ ਪਤਾ ਹੀ ਹੈ ਨਾ, ਪਰ ਜੋ ਕੀ ਕਹਿੰਦੀ ਹੈ ਸੇਟ, ਨਹੀਂ ਨਹੀਂ ਤੁਸੀਂ ਦੁਬਾਰਾ ਦੱਸੋ। ਓਕੇ, ਰੋਜਰ ਸਕੰਕ ਸੈਡ, ਰੋਜਰ ਸਕੰਕ ਨੇ ਕੀ ਕਿਹਾ, ਬਟ ਆਲ ਆਈ ਹੈਵ ਇਜ਼ 4 pennies, ਪਰ ਮੇਰੇ ਕੋਲ ਤਾਂ 4 pennies ਹੀ ਹਨ। ਐਂਡ ਹੀ ਬਿਗੈਨ ਟੂ ਕਰਾਈ, ਅਤੇ ਉਸਨੇ ਰੋਣਾ ਸ਼ੁਰੂ ਕਰ ਦਿੱਤਾ। ਜੋ ਮੇਡ ਦਾ ਕ੍ਰਾਈਮ ਫੇਸ ਅਗੇਨ, ਜੋ ਦੁਬਾਰਾ ਕ੍ਰਾਈਮ ਫੇਸ ਕਰ ਲੈਂਦੀ ਹੈ, ਰੋਣ ਵਰਗਾ ਚਿਹਰਾ ਜੋ ਦੁਬਾਰਾ ਕਰ ਲੈਂਦੀ ਹੈ ਹੁਣ, ਬਟ ਦਿਸ ਟਾਈਮ ਵਿਦਾਊਟ ਏ ਟ੍ਰੇਸ ਆਫ ਸਿੰਸੀਅਰਿਟੀ, ਪਰ ਇਸ ਸਮੇਂ ਉਸਦੇ ਚਿਹਰੇ ਦੇ ਉੱਤੇ ਕੋਈ ਵੀ ਸਿੰਸੀਅਰਿਟੀ ਨਹੀਂ ਹੈ, ਗੰਭੀਰਤਾ ਨਹੀਂ ਹੈ। ਦਿਸ ਐਨੋਇਡ ਜੈਕ, ਇਸ ਗੱਲ ਨੇ ਜੈਕ ਨੂੰ ਹੋਰ ਪਰੇਸ਼ਾਨ ਕਰ ਦਿੱਤਾ। ਡਾਊਨਸਟੇਅਰ ਸਮ ਮੋਰ ਫਰਨੀਚਰ ਰੰਬਲ, ਹੁਣ ਪੌੜੀਆਂ ਤੋਂ ਹੇਠਾਂ ਜੈਕ ਨੂੰ ਫਰਨੀਚਰ ਦੇ ਕੁਝ ਹੋਰ ਹਿੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਕਲੀਅਰ ਸ਼ੁੱਡ ਨਾਟ ਮੂਵ ਹੈਵੀ ਥਿੰਗਸ, ਉਹ ਸੋਚ ਰਿਹਾ ਹੈ ਜੈਕ ਕਿ ਕਲੀਅਰ ਨੂੰ, ਉਸਦੀ ਵਾਈਫ ਨੂੰ ਹੈਵੀ ਥਿੰਗਸ ਮੂਵ ਨਹੀਂ ਕਰਨੀਆਂ ਚਾਹੀਦੀਆਂ। ਸ਼ੀ ਵਾਸ 6 months ਪ੍ਰੈਗਨੈਂਟ, ਕਿਉਂਕਿ ਉਹ 6 ਮਹੀਨਿਆਂ ਦੀ ਪ੍ਰੈਗਨੈਂਟ ਸੀ। ਇਟ ਵੁੱਡ ਬੀ देयर ਥਰਡ, ਇਹ ਇਹਨਾਂ ਦਾ ਤੀਸਰਾ ਬੱਚਾ ਹੋਣਾ ਸੀ। ਜਿਵੇਂ ਕਿ ਤੁਹਾਨੂੰ ਪਤਾ ਹੈ ਇੱਕ ਜੋ ਸੀ, ਇੱਕ ਉਸਦਾ 2 ਸਾਲ ਦਾ ਬ੍ਰਦਰ ਸੀ, ਅਤੇ ਹੁਣ ਇਹ ਕੀ ਹੈ ਤੀਸਰਾ ਬੱਚਾ ਹੋਣਾ ਸੀ। ਸੋ ਦਾ ਵਿਜ਼ਰਡ ਸੈਡ, ਵਿਜ਼ਰਡ ਨੇ ਕਿਹਾ, ਓ ਵੈਰੀ ਵੈਲ, ਠੀਕ ਹੈ, ਗੋ ਟੂ ਦਾ ਐਂਡ ਆਫ ਦਾ ਲੇਨ, ਗਲੀ ਦੇ ਐਂਡ ਤੱਕ ਜਾਓ, ਐਂਡ ਟਰਨ ਅਰਾਊਂਡ 3 times, ਅਤੇ 3 ਵਾਰ ਘੁੰਮੋ, ਐਂਡ ਲੁੱਕ ਡਾਊਨ ਦਾ ਮੈਜਿਕ ਵੈਲ, ਅਤੇ ਫਿਰ ਉੱਥੇ ਜਾ ਕੇ ਮੈਜਿਕ ਵੈਲ ਦੇ ਵੱਲ, ਜਾਦੂਈ ਖੂਹ ਦੇ ਵਿੱਚ ਦੇਖਣਾ, ਐਂਡ ਦੇਅਰ ਵਿਲ ਯੂ ਵਿਲ ਫਾਈਂਡ ਦੇਅਰ 3 pennies, ਅਤੇ ਤੁਸੀਂ ਉੱਥੇ ਤੁਹਾਨੂੰ ਕੀ ਮਿਲਣਗੀਆਂ, 3 pennies ਮਿਲ ਜਾਣਗੀਆਂ। ਹਰੀ ਅਪ, ਜਲਦੀ ਕਰੋ। ਸੋ ਰੋਜਰ ਸਕੰਕ ਵੈਂਟ ਟੂ ਦਾ ਐਂਡ ਆਫ ਦਾ ਲੇਨ, ਫਿਰ ਜੋ ਰੋਜਰ ਸਕੰਕ ਸੀ ਉਹ ਗਲੀ ਦੇ ਐਂਡ ਤੱਕ ਗਿਆ, ਐਂਡ ਟਰਨ ਅਰਾਊਂਡ 3 times, ਅਤੇ 3 ਵਾਰ ਘੁੰਮਿਆ, ਐਂਡ ਦੇਅਰ ਇਨ ਦਾ ਮੈਜਿਕ ਵੈਲ, ਉੱਥੇ ਮੈਜਿਕ ਵੈਲ ਦੇ ਵਿੱਚ ਵਰ 3 pennies, 3 pennies ਸਨ। ਸੋ ਹੀ ਟੁੱਕ them ਬੈਕ ਟੂ ਦਾ ਵਿਜ਼ਰਡ, ਇਸ ਲਈ ਉਹ ਪੈਨੀਜ਼ ਵਿਜ਼ਰਡ ਦੇ ਕੋਲ ਲੈ ਆਇਆ, ਐਂਡ ਵਾਸ ਵੈਰੀ ਹੈਪੀ, ਬਹੁਤ ਖੁਸ਼ ਸੀ, ਐਂਡ ਰੈਨ ਆਊਟ ਇਨਟੂ ਦਾ ਵੁੱਡਸ, ਅਤੇ ਜੰਗਲ ਦੇ ਵਿੱਚ ਦੌੜਿਆ, ਐਂਡ ਆਲ ਦਾ ਅਦਰ ਲਿਟਲ ਐਨੀਮਲਸ ਗੈਦਰਡ ਅਰਾਊਂਡ ਹਿਮ, ਅਤੇ ਸਾਰੇ ਛੋਟੇ ਜੋ ਐਨੀਮਲ ਸਨ ਜੰਗਲ ਦੇ ਵਿੱਚ ਸਾਰੇ ਉਸਦੇ ਦੁਆਲੇ ਇਕੱਠੇ ਹੋ ਗਏ। ਬਿਕੋਜ਼ ਹੀ ਸਮੈਲਡ ਸੋ ਗੁੱਡ, ਕਿਉਂਕਿ ਹੁਣ ਉਹ ਬਹੁਤ ਵਧੀਆ ਸਮੈਲ ਕਰ ਰਿਹਾ ਸੀ। ਐਂਡ ਦੇ ਪਲੇ ਟੈਗ
ਬੇਸਬਾਲ, ਫੁੱਟਬਾਲ, ਬਾਸਕਟਬਾਲ, ਲੈਕਰੋਸਸ, ਹਾਕੀ, ਸੌਸਰ ਐਂਡ ਪਿਕਅਪ ਸਟਿਕਸ ਅਤੇ ਪਿਕਅਪ ਸਟਿਕਸ ਉਹ ਖੇਡੇ। ਵਟ ਇਜ਼ ਪਿਕਅਪ ਸਟਿਕਸ? ਪਿਕਅਪ ਸਟਿਕਸ ਕੀ ਹੁੰਦਾ ਹੈ? ਇਟ ਇਜ਼ ਅ ਗੇਮ ਯੂ ਪਲੇ ਵਿਦ ਸਟਿਕਸ। ਇਹ ਇੱਕ ਗੇਮ ਹੈ ਜਿਹੜੀ ਤੁਸੀਂ ਸਟਿਕਸ ਦੇ ਨਾਲ ਖੇਡਦੇ ਹੋ। ਇਹ ਹੁਣ ਦੁਬਾਰਾ ਇੱਕ ਜੋ ਨੇ ਕੁਐਸਚਨ ਕਰ ਦਿੱਤਾ ਸੀ ਕਿ ਇਹ ਪਿਕਅਪ ਸਟਿਕਸ ਕੀ ਹੁੰਦਾ ਹੈ। ਇਟ ਇਜ਼ ਅ ਗੇਮ ਯੂ ਪਲੇ ਵਿਦ ਸਟਿਕਸ। ਤੇ ਉਸਦਾ ਫਾਦਰ ਕੀ ਦੱਸ ਰਿਹਾ ਹੈ ਕਿ ਇਹ ਇੱਕ ਗੇਮ ਹੈ ਜੋ ਕਿ ਸਟਿਕਸ ਦੇ ਨਾਲ ਖੇਡੀ ਜਾਂਦੀ ਹੈ। ਲਾਈਕ ਦਾ ਵਿਜ਼ਰਡਸ ਮੈਜਿਕ ਵੈਂਡ, ਲਾਈਕ ਦਾ ਵਿਜ਼ਰਡਸ ਮੈਜਿਕ ਵੈਂਡ, ਜੋ ਫਿਰ ਪੁੱਛ ਲੈਂਦੀ ਹੈ ਕਿ ਜਿਵੇਂ ਕਿ ਜਾਦੂਗਰ ਦੀ ਮੈਜਿਕ ਵੈਂਡ ਹੁੰਦੀ ਹੈ। ਕਾਈਂਡ ਆਫ, ਜੈਕ ਕੀ ਕਹਿ ਰਿਹਾ, ਹਾਂ ਹਾਂ ਕੁਝ ਇਸ ਤਰ੍ਹਾਂ ਦੀ ਹੀ। and they played games and laughed all afternoon and then it began to get dark। ਫਿਰ ਉਹ ਕੀ ਹੈ, ਆਪਸ ਵਿੱਚ ਹੱਸੇ ਅਤੇ all afternoon, ਸਾਰੀ ਆਫਟਰਨੂਨ ਉਹ ਹੱਸਦੇ ਰਹੇ, ਖੇਡਦੇ ਰਹੇ। and then it began to get dark, ਅਤੇ ਫਿਰ ਹਨੇਰਾ ਹੋਣਾ ਸ਼ੁਰੂ ਹੋ ਗਿਆ। and they all ran home to their mummies, ਅਤੇ ਫਿਰ ਉਹ ਸਾਰੇ ਆਪਣੀਆਂ ਮਮੀਜ਼ ਦੇ ਕੋਲ ਵਾਪਸ ਚਲੇ ਗਏ। Jo was starting to fuss with her hands and look out of the window। ਹੁਣ ਜੋ ਨੇ ਕੀ ਸਟਾਰਟ ਕਰ ਦਿੱਤਾ? ਸਟਾਰਟਿੰਗ ਟੂ ਫਸਟ ਕੀ ਹੁੰਦਾ ਹੈ ਵੀ ਆਪਣੇ ਹੱਥਾਂ ਦੇ ਨਾਲ ਹੀ ਕੁਝ ਐਕਟੀਵਿਟੀਜ਼ ਕਰਨੀ ਸਟਾਰਟ ਕਰ ਦਿੱਤੀ। ਜਿਸ ਤਰ੍ਹਾਂ ਆਪਾਂ ਫ੍ਰੀ ਹੁੰਨੇ ਆ ਕਈ ਵਾਰ ਆਪਣੇ ਹੱਥਾਂ ਨੂੰ ਹੀ ਆਪਸ ਵਿੱਚ ਰਗੜਨਾ ਸ਼ੁਰੂ ਕਰ ਦਿੰਦੇ ਆ, ਇਸ ਤਰ੍ਹਾਂ ਸਟਾਰਟ ਕਰ ਦਿੰਦੀ ਹੈ। ਐਂਡ ਲੁੱਕ ਆਊਟ ਆਫ ਦਾ ਵਿੰਡੋ, ਅਤੇ ਖਿੜਕੀ ਤੋਂ ਬਾਹਰ ਵੇਖਦੀ ਹੈ। ਐਟ ਦਾ ਕ੍ਰੈਕ ਆਫ ਡੇ, ਕ੍ਰੈਕ ਆਫ ਡੇ ਕੀ ਹੁੰਦਾ ਹੈ? ਜਦ ਦਿਨ ਦੀ ਪਹਿਲੀ ਰੋਸ਼ਨੀ ਆਉਂਦੀ ਹੈ। ਦੈਟ ਸ਼ੋਡ ਅੰਡਰ ਦਾ ਸ਼ੇਡ, ਜੋ ਕਿ ਪਰਦਿਆਂ ਦੇ ਹੇਠਾਂ ਦੀ ਆ ਰਹੀ ਸੀ। ਸ਼ੀ ਥੌਟ ਦਾ ਸਟੋਰੀ ਵਾਜ਼ ਆਲ ਓਵਰ, ਉਸਨੇ ਕੀ ਸੋਚਿਆ ਕਿ ਸਟੋਰੀ ਖਤਮ ਹੋ ਗਈ ਸੀ। ਜੈਕ ਡਿਡ ਨਾਟ ਲਾਈਕ ਵਿਮਨ, ਪਰ ਜੈਕ ਹੈ ਜੋ ਇਹੋ ਜਿਹੀਆਂ ਔਰਤਾਂ ਨੂੰ ਪਸੰਦ ਨਹੀਂ ਕਰਦਾ ਸੀ। ਵੈਨ ਦੇ ਟੁੱਕ ਐਨੀਥਿੰਗ ਫॉर ਗ੍ਰੈਂਟਡ, ਜੋ ਕਿ ਹਰ ਇੱਕ ਚੀਜ਼ ਨੂੰ ਗ੍ਰੈਂਟਡ ਹੀ ਲੈਂਦੀਆਂ ਹਨ। ਟੁੱਕ ਐਨੀਥਿੰਗ ਫॉर ਗ੍ਰੈਂਟਡ ਕੀ ਹੁੰਦਾ? ਇੱਕ ਈਡੀਅਮ ਹੈ, ਬਣੀ ਬਣਾਈ ਹੀ ਚੀਜ਼ ਜਦ ਮਿਲ ਜਾਵੇ, ਸਾਨੂੰ ਕੁਝ ਕਰਨਾ ਨਾ ਪਵੇ, ਉਸਨੂੰ ਕਹਿੰਦੇ ਆ। ਤੇ ਜੈਕ ਨੂੰ ਇਹ ਗੱਲ ਪਸੰਦ ਨਹੀਂ ਸੀ ਕਿ ਬਸ ਜੋ ਹੈ ਜੋ ਇਸੇ ਗੱਲ ਤੇ ਸੰਤੁਸ਼ਟ ਹੋ ਜਾਵੇ ਕਿ ਠੀਕ ਹੈ ਸਟੋਰੀ ਖਤਮ ਹੋ ਗਈ, ਕਿਉਂਕਿ ਜੈਕ ਪਹਿਲਾਂ ਇੰਨੀ ਕੁ ਸਟੋਰੀ ਸੁਣਾ ਕੇ ਹੀ ਖਤਮ ਕਰ ਦਿੰਦਾ ਸੀ। ਹੀ ਲਾਈਕਡ them ਐਪਰੀਹੈਂਸਿਵ, ਪਰ ਜੈਕ ਕਿਹੋ ਜਿਹੇ ਔਰਤਾਂ ਨੂੰ ਪਸੰਦ ਕਰਦਾ ਸੀ ਜੋ ਐਪਰੀਹੈਂਸਿਵ ਹੋਣ, ਥੋੜਾ ਪਰੇਸ਼ਾਨ ਹੋਵੇ ਕੁਝ ਕਰਨ ਤੋਂ ਪਹਿਲਾਂ, ਜਾਂ ਧਿਆਨ ਦੇਣਾ ਪਵੇ ਉਹਨਾਂ ਨੂੰ, ਇਸ ਤਰ੍ਹਾਂ ਉਹ ਜੈਕ ਪਸੰਦ ਕਰਦਾ ਸੀ। ਹੈਂਗਿੰਗ ਔਨ ਹਿਜ਼ ਵਰਡ, ਕਿ ਉਸਦੇ ਸ਼ਬਦਾਂ ਦੇ ਵਿੱਚ ਉਹ ਅਟਕੀਆਂ ਰਹਿਣ, ਉਸਦੀ ਗੱਲ ਵੱਲ ਧਿਆਨ ਦੇਣ, ਜੈਕ ਨੂੰ ਇਸ ਤਰ੍ਹਾਂ ਪਸੰਦ ਸੀ। ਨਾਓ ਜੋ ਆਰ ਯੂ ਲਿਸਨਿੰਗ, ਪਰ ਹੁਣ ਜੈਕ ਜਦ ਦੇਖਦਾ ਕਿ ਜੋ ਦਾ ਇੰਟਰਸਟ ਲੂਜ਼ ਹੋ ਰਿਹਾ, ਉਹ ਇੰਟਰਸਟ ਨਹੀਂ ਦੇ ਰਹੀ ਉਸਨੂੰ, ਜੋ ਨੂੰ ਇਹ ਲੱਗਿਆ ਕਿ ਸਟੋਰੀ ਬਸ ਖਤਮ ਹੋ ਗਈ। ਤੇ ਫਿਰ ਜੈਕ ਉਸਨੂੰ ਕੀ ਪੁੱਛਦਾ? ਜੋ ਆਰ ਯੂ ਲਿਸਨਿੰਗ, ਕੀ ਤੂੰ ਮੈਨੂੰ ਸੁਣ ਰਹੀ ਹੈ? ਯੈਸ, ਜੋ ਕੀ ਕਹਿੰਦੀ ਹੈ, ਹਾਂ ਹਾਂ ਪਾਪਾ ਸੁਣ ਰਹੀ ਹਾਂ। ਬਿਕੋਜ਼ ਦਿਸ ਇਜ਼ ਵੈਰੀ ਇੰਟਰਸਟਿੰਗ, ਕਿਉਂਕਿ ਬਹੁਤ ਇੰਟਰਸਟਿੰਗ ਹੈ ਇਹ। ਰੋਜਰ ਸਕੰਕਸ ਮਮੀ ਸੈਡ, ਰੋਜਰ ਸਕੰਕ ਦੀ ਮੰਮੀ ਨੇ ਕਿਹਾ, ਵਟ ਇਜ਼ ਦੈਟ ਆਫੁਲ ਸਮੈਲ। ਜਦ ਰੋਜਰ ਸਕੰਕ ਘਰ ਗਿਆ ਤੇ ਫਿਰ ਉਸਦੀ ਮੰਮੀ ਨੇ ਉਸਨੂੰ ਕੀ ਕਿਹਾ? ਇਹ ਗੰਦੀ ਸਮੈਲ ਕੀ ਹੈ? ਵਟ, ਰੋਜਰ ਸਕੰਕ ਕੀ ਕਹਿੰਦਾ ਹੈ? ਕੀ? ਐਂਡ ਰੋਜਰ ਸਕੰਕ ਸੈਡ, ਇਟ ਇਜ਼ ਮੀ ਮੰਮੀ, ਇਹ ਮੈਂ ਆ ਮੰਮੀ। ਆਈ ਸਮੈਲ ਲਾਈਕ ਰੋਜ਼ਸ, ਮੈਂ ਰੋਜ਼ਸ ਦੀ ਤਰ੍ਹਾਂ ਸਮੈਲ ਕਰ ਰਿਹਾ ਹਾਂ। ਐਂਡ ਸ਼ੀ ਸੈਡ, ਅਤੇ ਉਸਨੇ ਕੀ ਕਿਹਾ? ਹੂ ਮੇਡ ਯੂ ਸਮੈਲ ਲਾਈਕ ਦੈਟ, ਤੁਹਾਨੂੰ ਕਿਸਨੇ ਇਸ ਤਰ੍ਹਾਂ ਸਮੈਲ ਕਰਨ ਲਾਇਆ? ਤੁਸੀਂ ਇਸ ਤਰ੍ਹਾਂ ਸਮੈਲ ਕਿਉਂ ਕਰ ਰਹੇ ਹੋ? ਐਂਡ ਹੀ ਸੈਡ, ਅਤੇ ਰੋਜਰ ਸਕੰਕ ਨੇ ਕੀ ਕਿਹਾ? ਦ ਵਿਜ਼ਰਡ। ਐਂਡ ਸ਼ੀ ਸੈਡ, ਰੋਜਰ ਸਕੰਕ ਨੇ ਦੱਸਿਆ ਕਿ ਮੈਨੂੰ ਇਸ ਤਰ੍ਹਾਂ ਦੀ ਸਮੈਲ ਵਿਜ਼ਰਡ ਨੇ ਦਿੱਤੀ। ਐਂਡ ਸ਼ੀ ਸੈਡ, ਅਤੇ ਰੋਜਰ ਸਕੰਕ ਦੀ ਮਦਰ ਨੇ ਕੀ ਕਿਹਾ? ਵੈਲ ਆਫ ਆਲ ਦਾ ਨਰਵ। ਆਲ ਦਾ ਨਰਵ ਕੀ ਹੈ? ਇੱਕ ਅਮਰੀਕਾ ਦੇ ਵਿੱਚ ਕਿਹਾ ਜਾਂਦਾ, ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਨਾ ਤੇਰੀ ਐਸੀ ਦੀ ਤੈਸੀ, ਇਸ ਤਰ੍ਹਾਂ ਬੋਲਿਆ ਜਾਂਦਾ। ਇਹ ਕੀ ਹੈ ਅਮਰੀਕਾ ਦੇ ਵਿੱਚ ਕੀ ਕਹਿੰਦੇ? ਆਲ ਦਾ ਨਰਵ। ਤੇ ਰੋਜਰ ਸਕੰਕ ਦੀ ਮੰਮੀ ਵੀ ਬਹੁਤ ਜ਼ਿਆਦਾ ਗੁੱਸੇ ਵਿੱਚ ਹੈ, ਤੇ ਉਹ ਕੀ ਕਹਿੰਦੀ ਹੈ ਕਿ ਉਸਦੀ ਐਸੀ ਦੀ ਤੈਸੀ, ਉਸਨੇ ਇਸ ਤਰ੍ਹਾਂ ਕਿਸ ਤਰ੍ਹਾਂ ਕੀਤਾ? ਯੂ ਕਮ ਵਿਦ ਮੀ, ਤੂੰ ਮੇਰੇ ਨਾਲ ਆ। ਐਂਡ ਵੀ ਆਰ ਗੋਇੰਗ ਰਾਈਟ ਬੈਕ ਟੂ ਦੈਟ ਵੈਰੀ ਆਫੁਲ ਵਿਜ਼ਰਡ, ਆਪਾਂ ਹੁਣੇ ਹੀ ਚੱਲਦੇ ਹਾਂ ਉਸ ਆਫੁਲ ਵਿਜ਼ਰਡ ਦੇ ਕੋਲ, ਉਸ ਜਾਦੂਗਰ ਦੇ ਕੋਲ, ਜੋ ਸੈਟ ਅਪ, ਜੋ ਹੁਣ ਬੜੇ ਧਿਆਨ ਨਾਲ ਸੁਣ ਰਹੀ ਸੀ ਸਟੋਰੀ ਵਿੱਚ, ਉਸਦਾ ਇੰਟਰਸਟ ਬਣ ਰਿਹਾ ਸੀ, ਅਤੇ ਜੋ ਬੈਠ ਜਾਂਦੀ ਹੈ। ਹਰ ਹੈਂਡਸ ਡੈਬਲਿੰਗ, ਉਸਦੇ ਹੱਥ ਹਿਲ ਰਹੇ ਹੁੰਦੇ ਹਨ। ਇਨ ਦਾ ਏਅਰ ਵਿਦ ਜੈਨ ਔਨ ਫਲਾਈਟ, ਉਹ ਥੋੜੀ ਜਿਹੀ ਡਰ ਵੀ ਜਾਂਦੀ ਹੈ। ਬਟ ਡੈਡੀ, ਦੈਨ ਹੀ ਸੈਡ ਅਬਾਊਟ ਦਾ ਅਦਰ ਲਿਟਲ ਐਨੀਮਲਸ ਰਨ ਅਵੇ, ਫਿਰ ਉਹ ਇਹ ਕਹੇਗਾ ਨਾ ਕਿ ਜਿਹੜੇ ਦੂਸਰੇ ਜਾਨਵਰ ਸਨ ਮੇਰੇ ਤੋਂ ਦੂਰ ਭੱਜ ਜਾਂਦੇ ਸਨ। ਹੁਣ ਜੋ ਇਹ ਚਾਹੁੰਦੀ ਹੈ ਕਿ ਜੋ ਜੈਕ ਹੈ ਸਟੋਰੀ ਦੇ ਵਿੱਚ ਇਸ ਤਰ੍ਹਾਂ ਐਡ ਕਰੇ, ਹਰ ਹੈਂਡਸ
ਸਕਿਟਰਿੰਗ ਆਫ, ਉਸਦੇ ਹੱਥ ਕੀ ਆ ਬੜੀ ਤੇਜ਼ੀ ਨਾਲ ਹਿਲ ਰਹੇ ਹਨ, ਇਨਟੂ ਦਾ ਅੰਡਰਬ੍ਰਸ਼, ਉਸਦੇ ਹੱਥ ਕੀ ਆ ਤੇਜ਼ੀ ਨਾਲ ਹਿਲ ਰਹੇ ਸਨ ਅਤੇ ਉੱਥੇ ਹੀ ਕੁਝ ਅੰਡਰਬ੍ਰਸ਼, ਕੋਈ ਝਾੜੀਆਂ ਵਗੈਰਾ ਨੂੰ ਕਹਿੰਦੇ ਆ ਅਸੀਂ, ਅੰਡਰਬ੍ਰਸ਼ ਦੇ ਵਿੱਚ ਝਾੜੀਆਂ ਦੇ ਵਿੱਚ ਉਸਦੇ ਹੱਥ ਚਲੇ ਜਾਂਦੇ ਹਨ, ਕੋਈ ਪੌਟ ਵਗੈਰਾ ਸਾਈਡ ਉੱਤੇ ਸ਼ਾਇਦ ਹੋਵੇਗਾ। ਆਲ ਰਾਈਟ, ਠੀਕ ਹੈ, ਹੀ ਸੈਡ, ਜੈਕ ਕੀ ਕਹਿੰਦਾ ਹੈ, ਚਲੋ ਠੀਕ ਹੈ। ਬਟ ਮਾਮਾ, ਉਹ ਉਹੀ ਲਾਈਨ ਨੂੰ ਕੀ ਹੈ ਜੈਕ ਇਸ ਸਟੋਰੀ ਵਿੱਚ ਐਡ ਕਰ ਰਿਹਾ ਜੋ ਚਾਹੁੰਦੀ ਸੀ ਕਿ ਜੈਕ, ਮੇਰੇ ਪਾਪਾ ਇਹ ਲਾਈਨ ਨੂੰ ਵਿੱਚ ਐਡ ਕਰਨ ਕਿ ਸਾਰੇ ਐਨੀਮਲਸ ਮੇਰੇ ਤੋਂ ਦੂਰ ਭੱਜ ਜਾਂਦੇ ਸੀ। ਤਾਂ ਫਿਰ ਜੈਕ ਦੁਬਾਰਾ ਉਸ ਲਾਈਨ ਨੂੰ ਐਡ ਕਰਕੇ ਕੀ ਕਹਿ ਰਿਹਾ ਹੈ, ਬਟ ਮੰਮੀ, ਆਲ ਦਾ ਅਦਰ ਐਨੀਮਲਸ ਰਨ ਅਵੇ, ਸਾਰੇ ਦੂਸਰੇ ਜਾਨਵਰ ਭੱਜ ਜਾਂਦੇ ਸੀ। ਐਂਡ ਸ਼ੀ ਸੈਡ, ਆਈ ਡੋਂਟ ਕੇਅਰ, ਅਤੇ ਉਸਦੀ ਮੰਮੀ ਕੀ ਕਹਿੰਦੀ ਹੈ, ਮੈਨੂੰ ਕੋਈ ਪਰਵਾਹ ਨਹੀਂ। ਯੂ ਸਮੈਲਡ ਦਾ ਵੇ ਅ ਲਿਟਲ ਸਕੰਕ ਸ਼ੁੱਡ ਹੈਵ, ਤੁਸੀਂ ਉਸ ਤਰ੍ਹਾਂ ਹੀ ਸਮੈਲ ਕਰਦੇ ਸੀ ਜਿਵੇਂ ਇੱਕ ਛੋਟੇ ਸਕੰਕ ਨੂੰ ਕਰਨੀ ਚਾਹੀਦੀ ਹੈ। ਐਂਡ ਆਈ ਐਮ ਗੋਇੰਗ ਟੂ ਟੇਕ ਯੂ ਰਾਈਟ ਬੈਕ ਟੂ ਦਾ ਵਿਜ਼ਰਡ, ਅਤੇ ਮੈਂ ਤੈਨੂੰ ਉਸੇ ਵਿਜ਼ਰਡ ਦੇ ਕੋਲ ਲੈ ਕੇ ਜਾ ਰਹੀ ਹਾਂ। ਐਂਡ ਸ਼ੀ ਟੁੱਕ ਐਨ ਅੰਬਰੇਲਾ ਐਂਡ ਵੈਂਟ ਬੈਕ ਵਿਦ ਰੋਜਰ ਸਕੰਕ, ਅਤੇ ਉਹ ਇੱਕ ਅੰਬਰੇਲਾ ਚੁੱਕਦੀ ਹੈ ਅਤੇ ਉਸ ਰੋਜਰ ਸਕੰਕ ਦੇ ਕੋਲ ਚਲੀ ਜਾਂਦੀ ਹੈ। ਐਂਡ ਹਿੱਟ ਦੈਟ ਵਿਜ਼ਰਡ ਰਾਈਟ ਓਵਰ ਦਾ ਹੈਡ, ਅਤੇ ਉਸ ਵਿਜ਼ਰਡ ਨੂੰ ਜਾ ਕੇ ਉਹ ਕੀ ਹੈ ਸਿਰ ਉੱਪਰ ਹਿੱਟ ਕਰਦੀ ਹੈ। ਓਕੇ ਸਟੂਡੈਂਟਸ, ਹੁਣ ਅੱਗੇ ਦੀ ਸਟੋਰੀ ਬਹੁਤ ਹੀ ਇੰਪੋਰਟੈਂਟ ਹੈ ਕਿ ਉਸ ਰੋਜਰ ਸਕੰਕ ਦੀ ਸਮੈਲ ਚੇਂਜ ਹੁੰਦੀ ਹੈ ਕਿ ਨਹੀਂ, ਕਿਉਂਕਿ ਕਾਫੀ ਕੁਐਸਚਨ ਉਸ ਵਿੱਚੋਂ ਆ ਜਾਂਦੇ ਹਨ ਤੇ ਕਾਫੀ ਟਫ ਕੁਐਸਚਨ ਪੁੱਛ ਲਏ ਜਾਂਦੇ ਹਨ। ਉਹ ਆਪਾਂ ਨੈਕਸਟ ਵੀਡੀਓ ਲੈਕਚਰ ਵਿੱਚ ਕਰਾਂਗੇ ਤੇ ਚੰਗੀ ਤਰ੍ਹਾਂ ਉਸ ਪਾਰਟ ਨੂੰ ਸਮਝਾਂਗੇ ਤਾਂ ਕਿ ਤੁਹਾਨੂੰ ਕੁਐਸਚਨਸ ਵਿੱਚ ਕੋਈ ਪ੍ਰੋਬਲਮ ਨਾ ਆਵੇ। ਫਸਟ ਤੇ ਸੈਕੰਡ ਪਾਰਟ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ ਤਾਂ ਜੋ ਥਰਡ ਪਾਰਟ ਨੂੰ ਸਮਝਣ ਵਿੱਚ ਕੋਈ ਪ੍ਰੋਬਲਮ ਤੁਹਾਨੂੰ ਨਾ ਆਵੇ। ਓਕੇ ਸਟੂਡੈਂਟਸ, ਥੈਂਕਸ।